ਉਹ ਜਗ੍ਹਾ ਜਿੱਥੇ ਅਸੀਂ ਖੜ੍ਹੇ ਹਾਂ, ਜਿੱਥੇ ਸਾਡੀ ਸੋਚ ਖੜ੍ਹੀ ਹੈ, ਜਿੱਥੇ ਸਾਡੀ ਭਾਵਨਾ ਖੜ੍ਹੀ ਹੈ, ਜਾਂ ਜਿੱਥੇ ਵੀ ਸਾਡੀ ਜ਼ਿੰਦਗੀ ਖੜ੍ਹੀ ਹੈ, ਹਾਲਾਤ ਹੋਣ, ਹਾਲਤ ਹੋਵੇ, ਜਾਂ ਸਾਡੇ ਮਨ ਦੀ ਦਸ਼ਾ ਹੋਵੇ, ਜਾਂ ਸਾਡੀ ਸੋਚ ਹੋਵੇ, ਅਗਰ ਅਸੀਂ ਉਸ ਜਗ੍ਹਾ ਤੋਂ ਵੀ ਆਪਣੇ ਕਦਮ ਅੱਗੇ ਲੈ ਕੇ ਜਾਵਾਂਗੇ ਜ਼ਿੰਦਗੀ ਨੂੰ ਸੁਖੀ ਅਤੇ ਖੁਸ਼ ਕਰਨ ਦੇ ਲਈ, ਤਾਂ ਅਸੀਂ ਸਫਲ ਹੋਵਾਂਗੇ ਹੀ ਹੋਵਾਂਗੇ। ਕਿਉਂਕਿ ਅਸੀਂ ਇਸ ਗੱਲ ਤੋਂ ਉਸ ਵਕਤ ਚੰਗੀ ਤਰ੍ਹਾਂ ਜਾਣੂ ਹਾਂ ਕਿ ਸਾਡੀ ਸਮਰੱਥਾ ਕੀ ਆ, ਸਾਡੀ ਯੋਗਤਾ ਕੀ ਆ, ਸਾਡੀ ਕਪੈਸਿਟੀ ਕੀ ਆ। ਅੱਜ ਦਾ ਜੋ ਸਵਾਲ ਆ, ਇਹ 3 ਸਵਾਲਾਂ ਦੇ ਨਾਲ ਹੱਲ ਹੋਊਗਾ। ਇੱਕ ਸਵਾਲ ਦੇ ਵਿੱਚ ਵੀ 3 ਸਵਾਲ ਨਿਕਲਣਗੇ। ਕੀ ਅਸੀਂ ਰਿਸ਼ਤੇ ਦੀ ਮਹਿਮਾ ਨੂੰ ਸਮਝਦੇ ਹਾਂ, ਜਾਣਦੇ ਹਾਂ? ਰਿਸ਼ਤਾ, ਇਸ ਦਾ ਕੀ ਅਰਥ ਆ, ਇਸ ਦੀ ਮਹਿਮਾ ਕੀ ਆ? ਕੀ ਅਸੀਂ ਕਦੇ ਕੋਈ ਰਿਸ਼ਤਾ ਦਿਲ ਤੋਂ ਨਿਭਾਇਆ, ਜਾਂ ਅਸੀਂ ਰਿਸ਼ਤੇ ਨੂੰ ਇੱਕ ਲੋੜ ਦੇ ਵਜੋਂ ਹੀ ਅੱਜ ਤੱਕ ਵਰਤਿਆ? ਇਸ ਸਵਾਲ ਨੂੰ ਅਸੀਂ ਆਪਣੇ ਦਿਲ ਦੇ ਵਿੱਚ ਸਾਈਡ ਤੇ ਰੱਖ ਦਿੰਦੇ ਹਾਂ। ਹੁਣ ਇਸ ਸਵਾਲ ਦੇ ਵਿੱਚ 3 ਸਵਾਲ ਹੋਰ ਨੇ, ਜਿਹੜੇ ਇਸ ਸਵਾਲ ਨੂੰ ਸਾਡੇ ਅੱਗੇ ਲੈ ਕੇ ਆਉਣਗੇ ਕਿ ਸਾਡੀ ਜੋ ਰਿਸ਼ਤੇ ਦੇ ਪ੍ਰਤੀ ਸੋਚ ਆ ਉਹ ਕਿੱਥੇ ਖੜੀ ਆ। ਇਹ ਜੋ ਗਾਹਾਂ ਇਸ ਸਵਾਲ ਨੂੰ ਹੱਲ ਕਰਨ ਦੇ ਲਈ ਜੋ ਗਾਹਾਂ ਦੇ 3 ਸਵਾਲ ਨੇ, ਉਹਨਾਂ ਦੇ ਜਵਾਬ ਅਸੀਂ ਸਿਰਫ ਆਪਣੇ ਆਪ ਨੂੰ ਦੇਣੇ ਆ। ਕਿਉਂਕਿ ਅੱਜ ਅਸੀਂ ਸੁਖੀ ਤੇ ਖੁਸ਼ ਜੀਵਨ ਜੀਣ ਦੀ ਚਾਹਵਾਨ ਹਾਂ। ਇਸ ਚਾਹਨਾ ਦੇ ਨਾਲ ਭਰੇ ਹੋਏ ਹਾਂ। ਇਸ ਲਈ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਆਪਣੇ ਆਪ ਦੀ ਮਹੱਤਤਾ ਸਭ ਤੋਂ ਜ਼ਿਆਦਾ ਜ਼ਰੂਰੀ ਆ। ਸਭ ਤੋਂ ਪਹਿਲਾ ਸਵਾਲ ਇਹ ਹੈ, ਅਸੀਂ ਆਪਣੇ ਆਪ ਦੇ ਵਿੱਚ ਸੋਚਣਾ ਕਿ ਅਸੀਂ ਕਿਹੜੇ ਰਿਸ਼ਤੇ ਦੇ ਜ਼ਿਆਦਾ ਨਜ਼ਦੀਕ ਹਾਂ। ਉਹ ਰਿਸ਼ਤਾ ਚਾਹੇ ਸਾਡਾ ਕਿਸੇ ਵਿਅਕਤੀ ਨਾਲ, ਕੁਦਰਤ ਦੇ ਨਾਲ, ਪਰਿੰਦੇ ਨਾਲ, ਜਾਨਵਰ ਨਾਲ, ਪੈਸੇ ਦੇ ਨਾਲ, ਰੱਬ ਦੇ ਨਾਲ। ਆਪਣੇ ਆਪ ਨੂੰ ਸੱਚ ਕਹਿਣਾ, ਝੂਠ ਨਹੀਂ ਕਹਿਣਾ। ਅਗਰ ਜ਼ਿੰਦਗੀ ਦੇ ਵਿੱਚ ਅਸੀਂ ਖੁਸ਼ ਰਹਿਣਾ, ਪੈਸੇ ਦੇ ਨਾਲ ਵੀ ਅਸੀਂ ਕਹਾਂਗੇ ਜੇ ਸਾਡਾ ਪਿਆਰ ਪੈਸੇ ਨਾਲ ਹੈ, ਸਾਡਾ ਰਿਸ਼ਤਾ ਪੈਸੇ ਨਾਲ, ਕੋਈ ਗੱਲ ਨਹੀਂ। ਪੈਸਾ ਵੀ ਰੱਬ ਤੋਂ ਦੂਰ ਨਹੀਂ ਗਾ। ਪੈਸਾ ਵੀ ਅਸੀਂ ਕਹਿੰਦੇ ਹਾਂ ਨਾ, ਰੱਬ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਇਹ ਪੈਸਾ ਵੀ ਦੁਨੀਆਦਾਰੀ ਦੇ ਪੱਧਰ ਦੇ ਉੱਤੇ ਰੱਬ ਹੀ ਆ। ਅਸੀਂ ਕਹਿੰਦੇ ਨਾ, ਅੱਜ ਦੁਨੀਆ ਦੇ ਲਈ ਪੈਸਾ ਦਾ ਜਿਹੜਾ ਰੱਬ ਬਣਿਆ ਹੋਇਆ ਆ। ਹਰ ਚੀਜ਼ ਦੇ ਵਿੱਚ ਇੱਕ ਮੁਕੰਮਲ ਜਹਾਨ ਸਾਨੂੰ ਦੇਖਣ ਦੀ ਅਦਾ ਆ ਗਈ ਤਾਂ ਅਸੀਂ ਕਾਮਯਾਬ ਹਾਂ। ਦੂਸਰਾ ਸਵਾਲ ਇਹ ਆ ਕਿ ਅਸੀਂ ਕਿਹੜੇ ਰਿਸ਼ਤੇ ਨੂੰ ਪਸੰਦ ਕਰਦੇ ਹਾਂ, ਜਾਂ ਕਿਹੜੇ ਰਿਸ਼ਤੇ ਦੇ ਵਿੱਚ ਸਾਨੂੰ ਅਜਿਹੀ ਕੋਈ ਚੀਜ਼ ਮਿਲੀ ਆ ਜਿਸ ਨੇ ਸਾਡੇ ਜੀਵਨ ਨੂੰ ਸੁੰਦਰ ਬਣਾਇਆ। ਉਹ ਕਿਹੜਾ ਰਿਸ਼ਤਾ ਵਾ ਜਿਸ ਨੂੰ ਅਸੀਂ ਆਪਣੇ ਦਿਲ ਦੇ ਲਈ ਸੋਹਣਾ ਮੰਨਦੇ ਹਾਂ। ਇਹ ਜੋ ਸਵਾਲ ਆ ਸਾਨੂੰ ਸਾਡੇ ਸੁਭਾਅ ਦੇ ਬਾਰੇ ਜਾਣਕਾਰੀ ਦੇਵੇਗਾ। ਰਿਸ਼ਤਾ ਕਿਸੇ ਨਾਲ ਵੀ ਹੋਵੇ, ਮਾਂ ਨਾਲ, ਭੈਣ ਨਾਲ, ਭਰਾ ਨਾਲ, ਬਾਪ ਨਾਲ, ਦੋਸਤੀ ਦੇ ਨਾਲ, ਪੈਸੇ ਦੇ ਨਾਲ, ਕਿਸੇ ਦੇ ਨਾਲ ਵੀ, ਜਿਹੜੇ ਰਿਸ਼ਤੇ ਨੇ ਸਾਡੀ ਜ਼ਿੰਦਗੀ ਨੂੰ ਸੁੰਦਰ ਬਣਾਉਣ ਦੇ ਵਿੱਚ ਸਾਨੂੰ ਹੱਲਾਸ਼ੇਰੀ ਦਿੱਤੀ ਆ, ਸਾਡਾ ਸਾਥ ਦਿੱਤਾ, ਉਹ ਰਿਸ਼ਤਾ ਕਿਹੜਾ ਵਾ, ਅਸੀਂ ਇੱਥੇ ਹੀ ਜਾਣਕਾਰੀ ਲੈਣੀ ਆ। ਤੀਸਰਾ ਸਵਾਲ ਕਿ ਅਸੀਂ ਆਪਣੇ ਆਪ ਨੂੰ ਕਿਹੜੇ ਰਿਸ਼ਤੇ ਦੇ ਵਿੱਚ ਚੰਗਾ ਮੰਨਦੇ ਹਾਂ, ਮਤਲਬ ਕਿ ਅਸੀਂ ਕਿਹੜੇ ਰਿਸ਼ਤੇ ਨੂੰ ਬਖੂਬੀ ਨਿਭਾ ਸਕਦੇ ਹਾਂ। ਅਸੀਂ ਕਿਹੜਾ ਰਿਸ਼ਤਾ ਨਿਭਾਉਣ ਦੇ ਵਿੱਚ ਬਹੁਤ ਹੀ ਅੱਛੇ ਹਾਂ, ਬਹੁਤ ਹੀ ਸੁਲਝੇ ਹੋਏ ਹਾਂ, ਬਹੁਤ ਹੀ ਵਧੀਆ ਆਪਣੇ ਆਪ ਨੂੰ ਮੰਨਦੇ ਹਾਂ। ਇਹ ਸਵਾਲ ਦਾ ਜੋ ਜਵਾਬ ਆ ਸਾਡੇ ਲਈ ਦਵਾਈ ਦਾ ਕੰਮ ਕਰੂਗਾ। ਸਾਡੇ ਜੀਵਨ ਨੂੰ ਤੰਦਰੁਸਤ ਕਰਨ ਦੇ ਲਈ, ਖੁਸ਼ ਕਰਨ ਦੇ ਲਈ ਅਤੇ ਸੁਖੀ ਹੋਣ ਦੇ ਲਈ। ਪੁਰਾਣੇ ਵਕਤਾਂ ਦੇ ਵਿੱਚ ਜਦ ਇਨਸਾਨ ਆਪਣੇ ਬੱਚਿਆਂ ਨੂੰ ਗੁਰੂਕੁਲ ਦੇ ਵਿੱਚ ਦਾਖਲਾ ਦਿਲਵਾਉਂਦਾ ਸੀ, ਗੁਰੂਕੁਲ ਦੇ ਵਿੱਚ ਸਭ ਤੋਂ ਪਹਿਲਾਂ ਮਨ ਦੀ ਬਣਤਰ ਨੂੰ ਸਮਝਾਇਆ ਜਾਂਦਾ ਸੀ, ਮਨ ਦੀ ਬਣਤਰ ਨੂੰ ਸਮਝਿਆ ਜਾਂਦਾ ਸੀ। ਗੁਰੂ ਦੇਖਦੇ ਸੀ ਸਵਾਲਾਂ ਦੇ ਜ਼ਰੀਏ ਇਸ ਇਨਸਾਨ ਦੀ ਮਨ ਦੀ ਬਣਤਰ ਕਿਹੋ ਜਿਹੀ ਹੈ, ਉਹ ਕਿਸ ਕੰਮ ਦੇ ਵਿੱਚ ਕਾਮਯਾਬ ਹੋਊਗਾ,
ਜ਼ਿੰਦਗੀ ਦੀ ਕੌਣ ਸੀ ਰਾਹ ਦੇ ਵਿੱਚ ਇਸ ਨੂੰ ਕਾਮਯਾਬੀ ਮਿਲੇਗੀ, ਕਿਉਂਕਿ ਜ਼ਿੰਦਗੀ ਦਾ ਨਾਮ ਹੈ ਕਾਮਯਾਬੀ। ਜ਼ਿੰਦਗੀ ਆਪਣੇ ਕਿਰਦਾਰ ਦੇ ਵਿੱਚ ਬਹੁਤ ਹੀ ਇੱਕ ਮਜ਼ੇਦਾਰ, ਇੱਕ ਮਸਾਲੇਦਾਰ, ਇੱਕ ਅਜਿਹੀ ਸ਼ੈ ਆ ਜਿਸ ਨੇ ਬਹੁਤ ਹੀ ਸਹਿਜਤਾ ਦੇ ਨਾਲ ਹਰ ਰੰਗ ਨੂੰ ਕਬੂਲ ਕਰ ਲੈਣਾ ਅਤੇ ਹਰ ਰੰਗ ਨੂੰ ਆਪਣੇ ਰੰਗ ਦੇ ਵਿੱਚ ਮਿਲਾ ਲੈਣਾ ਵਾ। ਸਾਨੂੰ ਜਦ ਸਾਡਾ ਹੀ ਹਜੇ ਤੱਕ ਪਤਾ ਨਹੀਂ ਅਸੀਂ ਜ਼ਿੰਦਗੀ ਦਾ ਉਹ ਕਿਰਦਾਰ ਕਿੰਝ ਦੇਖਾਂਗੇ। ਇਹ ਜੋ ਮੈਂ ਤੁਹਾਨੂੰ ਸਵਾਲ ਕਰਦੀ ਹਾਂ, ਇਹ ਸਵਾਲ ਮੈਨੂੰ ਮੈਡੀਟੇਸ਼ਨ ਦੇ ਵਿੱਚ ਮੇਰੀ ਜ਼ਿੰਦਗੀ ਨੇ ਕੀਤੇ ਸੀ। ਮੈਡੀਟੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਖੁੱਲ੍ਹੀ ਅੱਖ ਦੀ ਹੁੰਦੀ ਹੈ, ਇੱਕ ਬੰਦ ਅੱਖ ਦੀ ਹੁੰਦੀ ਹੈ। ਜੋ ਵੀ ਅਸੀਂ ਅੱਜ ਤੱਕ ਮੈਡੀਟੇਸ਼ਨ ਦੇ ਬਾਰੇ ਸੁਣਿਆ, ਜਾਂ ਅਸੀਂ ਜਪ ਤਪ ਦੇ ਬਾਰੇ ਸੁਣਿਆ, ਜਾਂ ਅਸੀਂ ਦੇਖਦੇ ਹਾਂ ਕਿ ਅਸੀਂ ਬੈਠੇ ਪਾਠ ਕਰਦੇ ਹਾਂ, ਇਹ ਸਭ ਬੰਦ ਅੱਖ ਦੀ ਮੈਡੀਟੇਸ਼ਨ ਹੈ। ਚਾਹੇ ਅਸੀਂ ਪਾਠ ਹੀ ਕਰਦੇ ਹਾਂ, ਜੇ ਅਸੀਂ ਪਾਠ ਨੂੰ ਕਰ ਲਿਆ, ਲਫ਼ਜ਼ਾਂ ਨੂੰ ਉਚਾਰ ਲਿਆ, ਪਰ ਅਸੀਂ ਉਹਨਾਂ ਨੂੰ ਸਮਝਿਆ ਨਾ, ਉਹ ਸਾਨੂੰ ਕੀ ਕਹਿਣਾ ਚਾਹੁੰਦੇ ਆ, ਜੋ ਉਹਨਾਂ ਦੇ ਵਿਚਲੀ ਲੈਂਗੁਏਜ ਆ। ਇਹ ਪਾਠ ਕਰਨ ਦਾ ਮਤਲਬ ਕੀ ਆ, ਸਾਨੂੰ ਇਹ ਕਿਸ ਚੀਜ਼ ਦੇ ਪ੍ਰਤੀ ਜਗਾ ਰਿਹਾ ਵਾ, ਚਾਹੇ ਉਹ ਫਿਰ ਪਾਠ ਹੀ ਆ, ਚਾਹੇ ਉਹ ਫਿਰ ਧਾਰਮਿਕ ਚੀਜ਼ ਹੀ ਆ। ਉਹ ਬੰਦ ਅੱਖ ਦੇ ਵਿੱਚ ਵੀ ਅਸੀਂ ਇੱਕ ਮੈਡੀਟੇਸ਼ਨ ਕਰ ਰਹੇ ਹਾਂ, ਉਸ ਦਾ ਫਾਇਦਾ ਹੋਊਗਾ, ਪਰ ਪਤਾ ਨਹੀਂ ਕਦੋਂ। ਇੱਕ ਹੁੰਦੀ ਹੈ ਖੁੱਲ੍ਹੀ ਅੱਖ ਦੀ ਮੈਡੀਟੇਸ਼ਨ, ਜਿਸ ਨੂੰ ਬਾਬੇ ਨਾਨਕ ਨੇ ਕਿਹਾ ਮਨਨਸ਼ੀਲਤਾ, ਵਿਚਾਰਸ਼ੀਲਤਾ। ਜੋ ਵੀ ਬੁੱਧੀਵਾਦੀ ਇਨਸਾਨ ਉਹ ਵਿਚਾਰੂਗਾ। ਕਹਿੰਦੇ ਨੇ ਨਾ, ਜਿਸ ਦੀ ਸਮਝ ਆ ਗਈ ਉਹ ਲੌਜਿਕ ਆ, ਜਿਸ ਦੀ ਸਮਝ ਨਾ ਆਈ ਉਹ ਮੈਜਿਕ ਆ। ਮੈਂ ਦੇਖਿਆ ਜ਼ਿੰਦਗੀ ਦੇ ਵਿੱਚ ਜੋ ਖੁੱਲ੍ਹੀ ਅੱਖ ਦੀ ਮੈਡੀਟੇਸ਼ਨ, ਇਸ ਦੀ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਹੀ ਵੱਡੀ ਅਹਿਮੀਅਤ ਆ। ਖੁੱਲ੍ਹੀ ਅੱਖ ਦੀ ਮੈਡੀਟੇਸ਼ਨ ਕੀ ਆ? ਵਿਚਾਰਨਾ। ਜਿੱਥੇ ਅਸੀਂ ਖੜ੍ਹੇ ਹਾਂ ਉਸ ਥਾਂ ਨੂੰ ਵਿਚਾਰਨਾ, ਉਸ ਹਾਲਤ ਨੂੰ, ਉਸ ਹਾਲਾਤ ਨੂੰ, ਉਸ ਦਿਸ਼ਾ ਨੂੰ, ਉਸ ਦਸ਼ਾ ਨੂੰ, ਉਸ ਸਥਿਤੀ ਨੂੰ, ਉਸ ਅਵਸਥਾ ਨੂੰ ਵਿਚਾਰਨਾ, ਵਿਚਾਰ ਕੇ ਅੱਗੇ ਕਦਮ ਲੈ ਕੇ ਜਾਣੇ। ਇਹ ਜੋ ਮੈਡੀਟੇਸ਼ਨ ਆ ਖੁੱਲ੍ਹੀ ਅੱਖ ਦੀ, ਇਹ ਬੁੱਧੀਵਾਦੀ ਇਨਸਾਨ ਕਰਦੇ ਆ, ਚਾਹੇ ਸਾਇੰਸਿਸਟ ਕਹਿ ਲਓ, ਚਾਹੇ ਫਿਲੋਸਫਰ ਕਹਿ ਲਓ, ਕੋਈ ਵੀ ਕਹਿ ਲਓ। ਜਿਹੜੇ ਬੰਦ ਅੱਖ ਦੀ ਮੈਡੀਟੇਸ਼ਨ ਕਰਦੇ ਆ, ਉਹਨਾਂ ਨੂੰ ਖੁੱਲ੍ਹੀ ਅੱਖ ਦੀ ਮੈਡੀਟੇਸ਼ਨ ਕਿਸ ਨੂੰ ਕਹਿੰਦੇ ਆ? ਤਕਰੀਬਨ ਬਹੁਤ ਘੱਟ ਗਿਣਤੀ ਦੇ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੋਊਗਾ। ਅਸੀਂ ਜਿੱਥੇ ਖੜ੍ਹੇ ਹਾਂ, ਪਹਿਲਾਂ ਉਸ ਜਗ੍ਹਾ ਨੂੰ ਸਾਫ਼ ਕਰਨਾ, ਤਾਂ ਹੀ ਅਸੀਂ ਉਹਦੇ 'ਤੇ ਬੈਠ ਸਕਾਂਗੇ, ਤਾਂ ਹੀ ਅਸੀਂ ਉਸ ਦੇ ਉੱਤੇ ਮਹਿਲ ਬਣਾ ਸਕਾਂਗੇ। ਇਹ ਜੋ ਸਵਾਲ ਨੇ, ਇਹ ਸਾਡੀ ਉਸ ਥਾਂ ਨੂੰ ਸੁੰਦਰ ਬਣਾ ਰਹੇ ਆ। ਆਪਣੇ ਆਪ ਦੇ ਵਿੱਚ ਮਨਨਸ਼ੀਲਤਾ, ਆਪਣੇ ਆਪ ਦੇ ਵਿੱਚ ਵਿਚਾਰਨਾ, ਆਪਣੀ ਆਪ ਨੂੰ ਵਿਚਾਰਨਾ। ਜ਼ਿੰਦਗੀ ਇੱਕ ਅਜਿਹਾ ਕਾਰਨਾਮਾ ਵਾ ਜਿਸ ਦੇ ਵਿੱਚ ਅਨੰਤ ਹੀ ਭੇਦ ਨੇ। ਤੁਹਾਨੂੰ ਪਤਾ ਕਿ ਜ਼ਿੰਦਗੀ ਰੋਜ਼ ਹੀ ਇੱਕ ਨਵਾਂ ਕ੍ਰਿਸ਼ਮਾ ਦਿਖਾਉਂਦੀ ਆ। ਜੇ ਅਸੀਂ ਉਹਨਾਂ ਕ੍ਰਿਸ਼ਮਿਆਂ ਦੇ ਵਿੱਚ ਵੀ ਆਪਣੇ ਆਪ ਨੂੰ ਦੇਖਾਂਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਅਸੀਂ ਖੁਦ ਦੇ ਵਿੱਚ ਹੀ, ਅਗਰ ਅਸੀਂ ਚਾਹਾਂਗੇ ਤਾਂ ਧਾਰਮਿਕ ਸਥਾਨ ਬਣ ਜਾਵਾਂਗੇ, ਅਗਰ ਅਸੀਂ ਚਾਹਾਂਗੇ ਕੁਛ ਵੀ ਬਣ ਜਾਵਾਂਗੇ। ਚਾਹੇ ਮਾੜੀ ਜਗ੍ਹਾ ਬਣਾਉਣੀ ਚਾਹੀਏ ਤਾਂ ਮਾੜੀ ਬਣ ਜਾਵਾਂਗੇ, ਚੰਗੀ ਜਗ੍ਹਾ ਬਣਾਉਣਾ ਚਾਹਾਂਗੇ ਤਾਂ ਚੰਗੇ ਬਣ ਜਾਵਾਂਗੇ। ਪਰ ਮੈਂ ਅੱਜ ਤੱਕ ਕਿਸੇ ਵੀ ਇਨਸਾਨ ਨੂੰ ਅਜਿਹੇ ਨੂੰ ਨਹੀਂ ਦੇਖਿਆ ਜੋ ਪਿਆਰ ਨਾ ਚਾਹੁੰਦਾ ਹੋਵੇ, ਪਿਆਰ ਦੇਣਾ ਨਾ ਚਾਹੁੰਦਾ ਹੋਵੇ, ਪਿਆਰ ਲੈਣਾ ਨਾ ਚਾਹੁੰਦਾ ਹੋਵੇ, ਜੋ ਸਭ ਨੂੰ ਜੱਫੀ ਨਾ ਪਾਉਣੀ ਚਾਹੁੰਦਾ ਹੋਵੇ। ਜਦ ਸਾਡਾ ਸੁਭਾਅ ਹੀ ਸਭ ਦੇ ਨਾਲ ਪਿਆਰ ਕਰਨ ਵਾਲਾ, ਤਾਂ ਫਿਰ ਕਿਉਂ ਨਹੀਂ ਅਸੀਂ ਪਹਿਲਾਂ ਖੁਦ ਨੂੰ ਪਿਆਰ ਦੇ, ਖੁਦ ਨੂੰ ਸਮਝਦੇ। ਖੁਦ ਨੂੰ ਪਿਆਰਨਾ ਕਿੱਥੋਂ ਸ਼ੁਰੂ ਹੋਊਗਾ? ਜਿਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਮਝਣਾ, ਪਰਖਣਾ, ਜਾਣਨਾ, ਪਹਿਚਾਨਣਾ, ਫਿਰ ਉਸ ਜਗ੍ਹਾ ਨੂੰ ਮੰਨ ਲੈਣਾ। ਜਦੋਂ ਅਸੀਂ ਆਪਣੀਆਂ ਗਲਤੀਆਂ ਨੂੰ, ਆਪਣੀਆਂ ਚੰਗੀਆਂ ਚੀਜ਼ਾਂ ਨੂੰ, ਆਪਣੀ ਕਮੀਆਂ ਨੂੰ, ਆਪਣੀਆਂ ਵਡਿਆਈਆਂ ਨੂੰ ਆਪਣੀਆਂ ਹੀ ਅੱਖਾਂ ਦੇ ਨਾਲ ਦੇਖ ਲਿਆ, ਮੰਨ ਲਿਆ, ਮੈਨੂੰ ਮੇਰੀ ਚੁੱਪ ਨੇ ਸਭ ਤੋਂ ਪਹਿਲਾਂ ਜੋ ਲੈਸਨ ਗਹਿਰਾ ਦਿੱਤਾ ਸੀ ਉਹ ਸੀ ਕਿ ਮੈਂ ਉਦਾਸੀ ਨੂੰ, ਦਰਦ ਨੂੰ, ਚਿੰਤਾ ਨੂੰ, ਤਣਾਅ, ਘੁਟਨ
ਬੇਬਸੀ, ਲਾਚਾਰੀ, ਇਹ ਜੋ ਨੈਗੇਟਿਵ ਸ਼ਬਦ ਨੇ, ਇਹਨਾਂ ਨੂੰ ਮੈਂ ਬਰਦਾਸ਼ਤ ਨਹੀਂ ਸੀ ਕਰ ਸਕਦੀ। ਮੈਨੂੰ ਪਸੰਦ ਹੀ ਨਹੀਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ। ਪੋਜ਼ੀਟਿਵ ਸ਼ਬਦ ਵੀ ਨੇ, ਜਿਸ ਤਰ੍ਹਾਂ ਕਿ ਜਾਤੀ ਮਾਮਲੇ, ਜਿਸ ਤਰ੍ਹਾਂ ਕਿ ਸਮਝੌਤਾ, ਜਿਸ ਤਰ੍ਹਾਂ ਕਿ ਗੁਰੂ ਲਫ਼ਜ਼, ਇਹਨਾਂ ਸ਼ਬਦਾਂ ਤੋਂ ਵੀ ਮੈਨੂੰ ਉਨੀ ਹੀ ਐਲਰਜੀ ਜਿੰਨੀ ਮੈਨੂੰ ਉਦਾਸੀ ਤੋਂ, ਤਣਾਅ ਤੋਂ, ਫਿਕਰਾਂ ਤੋਂ, ਦੁੱਖ ਤਕਲੀਫ ਤੋਂ ਐਲਰਜੀ ਸੀ। ਮੈਨੂੰ ਇਹ ਪਤਾ ਲੱਗ ਗਿਆ, ਜਿੰਨਾ ਚਿਰ ਮੇਰੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਆ, ਉਹਨਾਂ ਚਿਰ ਮੇਰੇ ਨਾਲ ਹੀ ਰਿਸ਼ਤਾ ਕਾਇਮ ਨਹੀਂ ਵਧੀਆ ਹੋ ਸਕਦਾ। ਤਾਂ ਮੈਂ ਕਿਸ ਤਰ੍ਹਾਂ ਦਾਅਵਾ ਕਰ ਦੂੰਗੀ ਕਿ ਮੇਰਾ ਇਸ ਇਨਸਾਨ ਦੇ ਨਾਲ ਜਾਂ ਇਸ ਰਿਸ਼ਤੇ ਦੇ ਨਾਲ ਮੈਂ ਵਧੀਆ ਹਾਂ? ਹੋ ਨਹੀਂ ਸਕਦਾ। ਪਹਿਲਾਂ ਮੇਰਾ ਰਿਸ਼ਤਾ ਮੇਰੇ ਨਾਲ ਵਧੀਆ ਹੋਣਾ ਚਾਹੀਦਾ। ਮੇਰੇ ਨਾਲ ਵਧੀਆ ਕਿੰਝ ਹੋਊਗਾ? ਜਦ ਮੈਂ ਆਪਣੇ ਸੁਭਾਅ ਨੂੰ ਜਾਣ ਲਿਆ, ਆਪਣੇ ਆਪ ਨੂੰ ਜਾਣ ਲਿਆ, ਆਪਣੇ ਆਪ ਦੀ ਚੰਗੀ ਤਰ੍ਹਾਂ ਪਰਖ ਕਰ ਲਈ, ਆਪਣੇ ਆਪ ਨੂੰ ਮੰਨ ਲਿਆ। ਇਨਸਾਨ ਜਦੋਂ ਆਪਣੇ ਵਿੱਚ ਆਪਣੇ ਆਪ ਦੀ ਹੀ ਯਾਤਰਾ ਕਰਦਾ, ਇਨਸਾਨ ਹੀ ਆਪਣੇ ਆਪ ਦੇ ਵਿੱਚ ਇੱਕ ਤੀਰਥ ਸਥਾਨ ਬਣ ਜਾਂਦਾ, ਇੱਕ ਧਾਰਮਿਕ ਸਥਾਨ ਬਣ ਜਾਂਦਾ, ਆਪਣੇ ਆਪ ਦੇ ਵਿੱਚ ਹੀ ਸਮਾਧੀ ਬਣ ਜਾਂਦਾ, ਆਪਣੇ ਆਪ ਦੇ ਵਿੱਚ ਹੀ। ਜਦ ਤੱਕ ਅਸੀਂ ਆਪਣੇ ਹੀ ਮਿੱਤਰ ਨਹੀਂ, ਅਸੀਂ ਆਪਣੇ ਹੀ ਦੋਸਤ ਨਹੀਂ, ਅਸੀਂ ਜਿੰਨੇ ਵੀ ਰਿਸ਼ਤੇ ਨਿਭਾਉਂਦੇ ਹੋਵਾਂਗੇ, ਜਿੰਨੇ ਵੀ ਰਿਸ਼ਤਿਆਂ ਦੇ ਵਿੱਚ ਸਾਡਾ ਕਿਰਦਾਰ ਹੋਊਗਾ, ਅਸੀਂ ਸੋਚਦੇ ਹੋਵਾਂਗੇ ਕਿ ਅਸੀਂ ਰਿਸ਼ਤੇ ਨਿਭਾਉਣ ਦੇ ਵਿੱਚ ਕਾਮਯਾਬ ਹੋ ਜਾਣਾ ਸੀ ਜੇ ਸਾਨੂੰ ਅੱਗੇ ਦਾ ਰਿਸ਼ਤਾ ਵਧੀਆ ਮਿਲ ਜਾਂਦਾ। ਇਹ 100% ਗਲਤ ਗੱਲ ਆ। ਜਿੰਨਾ ਚਿਰ ਇਨਸਾਨ ਆਪਣੇ ਆਪ ਦੇ ਨਾਲ ਰਿਸ਼ਤਾ ਨਿਭਾਉਣ ਦੇ ਵਿੱਚ ਵਧੀਆ ਨਹੀਂ ਹੁੰਦਾ, ਓਨੀ ਦੇਰ ਤੱਕ ਕਿਸੇ ਦੇ ਨਾਲ ਰਿਸ਼ਤਾ ਨਿਭਾਉਣ ਦੇ ਵਿੱਚ ਵਧੀਆ ਨਹੀਂ ਹੋ ਸਕਦਾ। ਚਾਹੇ ਉਹ ਸਾਡਾ ਰਿਸ਼ਤਾ ਮਾਂ ਬਾਪ, ਭੈਣ ਭਰਾ, ਧੀਆਂ ਪੁੱਤ, ਕਿਸੇ ਦੇ ਨਾਲ ਵੀ ਹੋ। ਅਸੀਂ ਆਪਣੇ ਆਪ ਨੂੰ ਕਦੇ ਗਲਤ ਵੀ ਨਹੀਂ ਮੰਨਦੇ। ਸਾਨੂੰ ਲੱਗਦਾ ਕਿ ਨਹੀਂ, ਅਸੀਂ ਤਾਂ ਠੀਕ ਸੀ, ਪਰ ਸਾਡੇ ਨਾਲ ਠੀਕ ਹੋਇਆ ਨਹੀਂ, ਅਸੀਂ ਦੋਸ਼ ਸਦਾ ਦੂਜੇ ਨੂੰ ਦੇਵਾਂਗੇ। ਪਰ ਹੁਣ ਸਵਾਲ ਇੱਥੇ ਹੀ ਉੱਠਦਾ, ਅਸੀਂ ਦੋਸ਼ ਦੂਜੇ ਨੂੰ ਨਹੀਂ ਦੇਣਾ। ਇੱਥੇ ਸਿਰਫ ਦੇਖਣਾ ਇਹੀ ਹੈ ਕਿ ਜੇ ਅਸੀਂ ਸੁਖੀ ਨਹੀਂ, ਖੁਸ਼ ਨਹੀਂ, ਕਿਸੇ ਨੂੰ ਦੋਸ਼ ਨਹੀਂ ਦੇਣਾ, ਖੁਦ ਨੂੰ ਦੋਸ਼ ਦੇਣਾ। ਅਸੀਂ ਹੀ ਕਿਤੇ ਨਾ ਕਿਤੇ ਗਲਤ, ਕਸੂਰਵਾਰ ਹਾਂ। ਇਸ ਲਈ ਹੀ ਅਸੀਂ ਸੁਖੀ ਨਹੀਂ, ਅਸੀਂ ਖੁਸ਼ ਨਹੀਂ। ਤੁਹਾਨੂੰ ਪਤਾ ਕਿ ਜੀਵਨ ਦੇ ਵਿੱਚ ਇੱਕ ਹੀ ਲਾ ਕੰਮ ਕਰਦਾ, ਜਿਸ ਨੂੰ ਬਾਬੇ ਨਾਨਕ ਨੇ ਕਰਮਾ ਕਿਹਾ ਵਾ। ਜੇ ਅਸੀਂ ਸੁਖੀ ਹਾਂ, ਉਹ ਅਸੀਂ ਆਪਣੇ ਕਰਕੇ ਹਾਂ। ਜੇ ਅਸੀਂ ਦੁਖੀ ਹਾਂ, ਉਹ ਵੀ ਅਸੀਂ ਆਪਣੇ ਕਰਕੇ ਹਾਂ। ਐਲਰਜੀ ਨੂੰ ਤਾਂ ਤੁਸੀਂ ਜਾਣਦੇ ਹੀ ਹੋ, ਐਲਰਜਿਕ। ਮੈਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਐਲਰਜਿਕ ਸੀ। ਉਦਾਸੀ ਹੋਵੇ, ਤਣਾਅ ਹੋਵੇ, ਫਿਕਰ ਕਰਨੀ ਹੋਵੇ, ਮੈਨੂੰ ਇਹਨਾਂ ਤੋਂ ਐਲਰਜਿਕ ਸੀ। ਉਹਨਾਂ ਚਿਰ ਇਨਸਾਨ ਰੱਜ ਕੇ ਜੀ ਨਹੀਂ ਸਕਦਾ ਜਿੰਨਾ ਚਿਰ ਇਹ ਜ਼ਿੰਦਗੀ ਦਾ ਹਿੱਸਾ ਨਹੀਂ। ਸਾਨੂੰ ਪਤਾ ਹੀ ਨਹੀਂ ਜ਼ਿੰਦਗੀ ਕੀ ਹੁੰਦੀ ਆ। ਇਹਨਾਂ ਚੀਜ਼ਾਂ ਦੇ ਵਿੱਚ ਹੀ ਅਸੀਂ ਗੁੰਮੇ ਰਹਿ ਜਾਂਦੇ ਹਾਂ। ਅਗਰ ਅਸੀਂ ਜ਼ਿੰਦਗੀ ਨੂੰ ਰੱਜ ਕੇ ਜੀਂਦੇ, ਰੱਜ ਕੇ ਹੰਡਾਉਣ ਦੇ ਚਾਹਵਾਨ, ਤਾਂ ਸਾਨੂੰ ਇਹ ਆਪਦੇ ਲਈ ਕਦਮ ਚੁੱਕਣੇ ਹੀ ਪੈਣਗੇ। ਅਸੀਂ ਕਹਿ ਦਾਂਗੇ ਕਿ ਸਾਨੂੰ ਸਾਡੀ ਸੋਚ ਮੁਤਾਬਕ ਵਾਤਾਵਰਨ ਨਹੀਂ ਮਿਲਿਆ। ਅਸੀਂ ਕਿਸੇ ਦੀ ਤਾਂ ਗੱਲ ਹੀ ਨਹੀਂ ਲਗਾਉਣੀ। ਅਸੀਂ ਕਿਸੇ ਚੀਜ਼ ਨੂੰ ਦੋਸ਼ ਦੇਣਾ ਹੀ ਨਹੀਂ। ਅਸੀਂ ਜੇ ਦੋਸ਼ ਦੇਣਾ, ਆਪਣੇ ਆਪ ਨੂੰ ਦੇਣਾ, ਆਪਣੀ ਘਾਟ ਨੂੰ ਪੂਰਾ ਕਰਨਾ, ਆਪਣੀ ਕਮੀ ਨੂੰ ਦੂਰ ਕਰਨਾ। ਜਦੋਂ ਅਸੀਂ ਆਪਣੇ ਖੁਦ ਮਿੱਤਰ ਬਣ ਜਾਵਾਂਗੇ ਤਾਂ ਕਹਿੰਦੇ ਨੇ, ਜਿਹਦੇ ਵੱਲੀ ਰੱਬ ਉਹਦੇ ਵੱਲੀ ਜੱਗ। ਮਨ ਜਿੱਤੇ ਜਗ ਜੀਤ। ਉਹ ਜੋ ਨਿਚੋੜ ਨੇ ਜ਼ਿੰਦਗੀ ਦੇ, ਜਦੋਂ ਅਸੀਂ ਉਹਨਾਂ ਦੇ ਰੂਬਰੂ ਹੋਵਾਂਗੇ, ਅਸੀਂ ਵੀ ਆਪਣੇ ਆਪ ਹੀ ਸਮਝ ਜਾਵਾਂਗੇ ਕਿ ਜੋ ਵੀ ਅਜੇ ਤੱਕ ਦਾ ਅਸੀਂ ਕਿਸੇ ਨੂੰ ਦੋਸ਼ੀ ਬਣਾਇਆ ਜਾਂ ਕਿਸੇ ਨੂੰ ਕਸੂਰਵਾਰ ਬਣਾਇਆ, ਉਹ ਸਿਰਫ ਸਾਡਾ ਹੀ ਦੋਸ਼ ਸੀ, ਸਾਨੂੰ ਦਿਖਾਈ ਨਹੀਂ ਸੀ ਦਿੰਦਾ। ਅੱਜ ਮੇਰੇ ਜੋ ਇਹ 3 ਸਵਾਲ ਨੇ, ਇਹਨਾਂ 3 ਸਵਾਲਾਂ ਨੇ ਸਾਨੂੰ ਸਿਖਾਉਣਗੇ ਕਿ ਰਿਸ਼ਤਾ ਕੀ ਹੁੰਦਾ, ਰਿਸ਼ਤੇ ਦੀ ਮਹਿਮਾ ਕੀ ਹੁੰਦੀ ਆ। ਕਿਉਂਕਿ ਪਰਮਾਤਮਾ ਨੇ ਜ਼ਿੰਦਗੀ ਦੇ ਵਿੱਚ ਕੁਝ ਵੀ ਫਾਲਤੂ ਨਹੀਂ ਬਣਾਇਆ। ਜੇ ਉਸਨੇ ਕੁਝ ਬਣਾਇਆ ਵਾ, ਉਸ ਦੀ ਮਹਿਮਾ ਕਰਕੇ ਹੀ ਕੁਝ ਬਣਾਇਆ ਵਾ। ਉਹ ਸਾਨੂੰ ਕੁਝ ਸਿਖਾਉਣ ਦੇ ਲਈ, ਕੁਝ ਸਮਝਾਉਣ ਦੇ ਲਈ, ਸਾਨੂੰ ਕਿਸੇ ਨੀਤੀ ਤੋਂ ਵਾਕਿਫ ਕਰਵਾਉਣ ਦੇ ਲਈ ਹੀ ਸਾਡੀ ਜ਼ਿੰਦਗੀ ਦੇ ਵਿੱਚ ਨੇ।
ਸੋ ਮੈਂ ਅੱਜ ਆਪਣੇ ਆਪ ਦੇ ਵਿੱਚ ਤੁਹਾਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਵੀ ਦਿੰਦੀ ਹਾਂ ਕਿ ਮੈਂ ਆਪਣੇ ਆਪ ਨੂੰ ਕਿਵੇਂ ਦੇਖਿਆ ਇਹਨਾਂ ਤਿੰਨਾਂ ਸਵਾਲਾਂ ਦੇ ਵਿੱਚ ਦੀ। ਪਹਿਲਾ ਸਵਾਲ, ਮੈਂ ਆਪਣੇ ਆਪ ਨੂੰ ਕਿਸ ਰਿਸ਼ਤੇ ਦੇ ਕਰੀਬ ਮੰਨਿਆ? ਕਿਹੜਾ ਰਿਸ਼ਤਾ ਸੀ ਜਿਸ ਨੂੰ ਮੈਂ ਸੋਚਿਆ ਕਿ ਮੈਂ ਇਸ ਰਿਸ਼ਤੇ ਦੇ ਨਜ਼ਦੀਕ ਜਾਵਾਂ? ਮੈਂ ਦੇਖਦੀ ਹਾਂ ਮੈਨੂੰ ਹੀ ਨਹੀਂ, ਮਾਂ ਬਾਪ ਹੋਵੇ, ਮੇਰਾ ਭੈਣ ਭਰਾ ਹੋਵੇ, ਸਭ ਨੂੰ ਮੇਰੇ ਪ੍ਰਤੀ ਸ਼ਿਕਾਇਤ ਹੀ ਰਹਿੰਦੀ ਸੀ। ਮੈਂ ਕਹਾਂ ਸਿੰਪਲ ਲਫ਼ਜ਼ਾਂ ਦੇ ਵਿੱਚ, ਮੈਂ ਕਹਾਂ ਕਿ ਮੈਂ ਇੱਕ ਚੰਗੀ ਬੇਟੀ ਹਾਂ, ਜਾਂ ਇੱਕ ਚੰਗੀ ਨੂੰਹ ਆ, ਜਾਂ ਇੱਕ ਚੰਗੀ ਆਹਾ ਮਾਂ ਜਾਂ ਆਹਾ ਮਾਂ, ਕੋਈ ਵੀ ਆਪਣੇ ਆਪ ਨੂੰ ਕਹਾਂ, ਮੈਂ ਕੋਈ ਵੀ ਚੰਗਾ ਨਹੀਂ ਸੀ। ਮੈਂ ਚੰਗੀ ਸੀ ਸਿਰਫ ਪਿਆਰ ਦੇ ਲਈ। ਕੋਈ ਵੀ ਮੇਰੇ ਨਜ਼ਦੀਕ ਆਉਂਦਾ ਸੀ, ਮੇਰੇ 'ਚੋਂ ਪਿਆਰ ਵਹਿਣਾ ਸ਼ੁਰੂ ਹੋ ਜਾਂਦਾ ਸੀ। ਪਿਆਰ ਜਿਹੜਾ ਕਹਿੰਦੇ ਨੇ ਨਾ, ਇਸ਼ਕ ਨਾ ਪੁੱਛੋ ਜਾਤ ਪਾਤ, ਇਹ ਗੋਰਾ ਕਾਲਾ ਨਹੀਂ ਦੇਖਦੀ, ਆਪਣਾ ਪਰਾਇਆ ਨਹੀਂ ਦੇਖਦੀ, ਕੁਝ ਵੀ ਨਹੀਂ ਦੇਖਦੀ। ਫਿਰ ਦੂਜੀ ਕਹਾਵਤ ਬੜੀ ਮੇਰੇ 'ਤੇ ਲਾਗੂ ਹੋ ਜਾਂਦੀ ਸੀ, ਘਰ ਦਾ ਭੇਤੀ ਲੰਕਾ ਢਾਹੇ। ਪਿਆਰ, ਮੈਂ ਪਿਆਰ ਦੇ ਰਿਸ਼ਤੇ ਨੂੰ ਬਹੁਤ ਸੋਹਣਾ ਨਿਭਾਉਂਦੀ ਸੀ, ਜਿਸ ਨੇ ਮੈਨੂੰ ਹੌਲੀ ਹੌਲੀ ਪਹਿਚਾਣ ਕਰਾਈ ਕਿ ਜਦ ਕੋਈ ਵੀ ਮੇਰੇ ਕੋਲੇ, ਮੇਰੇ ਦਾਇਰੇ ਦੇ ਵਿੱਚ, ਮੇਰੀ ਵਾਈਬਸ ਦੇ ਵਿੱਚ ਆਉਂਦਾ ਸੀਗਾ, ਮੇਰਾ ਪਿਆਰ ਆ ਜਿਹੜਾ ਮੈਨੂੰ ਤਾਂ ਪਿੱਛੇ ਹੀ ਕਿਤੇ ਛੱਡ ਦਿੰਦਾ ਸੀ। ਮੈਨੂੰ ਮੈਂ ਤਾਂ ਲੱਭਦੀ ਹੀ ਨਹੀਂ ਸੀ, ਸਿਰਫ ਪਿਆਰ ਸੀ। ਪਿਆਰ ਆਪਣਾ ਰੋਲ ਅਦਾ ਕਰਦਾ ਸੀ। ਮੈਂ ਸਦਾ ਹੀ ਪਿਆਰ ਦੇ ਕਠਪੁਤਲੀ ਬਣ ਕੇ ਰਹੀ ਹਾਂ। ਮੈਂ ਕਹਾਂ ਕਿ ਮੈਨੂੰ ਪਿਆਰ ਆਇਆ ਨਾ, ਪਿਆਰ ਨੇ ਆ ਕੇ ਮੇਰੇ 'ਤੇ ਕੰਟਰੋਲ ਕਰ ਲਿਆ। ਪਿਆਰ ਆਪਣਾ ਰਿਸ਼ਤਾ ਨਿਭਾਉਂਦਾ ਚਲਾ ਗਿਆ ਅਤੇ ਮੈਂ ਦੇਖਦੀ ਚਲੀ ਗਈ ਕਿ ਪਿਆਰ ਮੈਨੂੰ ਕਿੰਝ ਮਿਟਾ ਕੇ ਆਪਣਾ ਰੋਲ ਅਦਾ ਕਰਦਾ ਵਾ। ਦੂਸਰਾ ਜੋ ਸਵਾਲ ਕਿ ਕਿਹੜਾ ਰਿਸ਼ਤਾ ਵਾ ਜੋ ਮੈਂ ਸੋਚਦੀ ਹਾਂ ਕਿ ਮੇਰੇ ਲਈ ਚੰਗਾ ਸੀਗਾ? ਮੇਰੇ ਲਈ ਸਭ ਤੋਂ ਸੋਹਣਾ ਰਿਸ਼ਤਾ ਰਿਹਾ ਵਾ ਜ਼ਿੰਦਗੀ ਦੇ ਵਿੱਚ ਹਾਸਾ। ਹਾਸੇ ਨੂੰ ਮੈਂ ਆਪਣਾ ਸਭ ਤੋਂ ਵਧੀਆ ਰਿਸ਼ਤਾ ਮੰਨਦੀ ਹਾਂ ਕਿ ਜਿਹੜਾ ਵੀ ਮੇਰੇ ਕੋਲ ਜ਼ਿੰਦਗੀ ਦੇ ਵਿੱਚ ਆ ਗਿਆ, ਮੈਂ ਉਸ ਨੂੰ ਹਸਾਉਣਾ ਵਾ, ਉਹ ਹੱਸੂਗਾ ਹੀ ਹੱਸੂਗਾ। ਕਿਉਂਕਿ ਮੈਂ ਦੇਖਿਆ ਕਿ ਮੇਰੇ ਲਈ ਜਿਹੜਾ ਵੀ ਰਿਸ਼ਤਾ ਸਭ ਤੋਂ ਜ਼ਿਆਦਾ ਵਧੀਆ ਵਾ ਉਹ ਹੈਗਾ ਹੱਸਣਾ। ਹੁਣ ਜਦੋਂ ਮੇਰੇ ਕੋਲ ਕੋਈ ਆਊਗਾ ਉਹ ਹੱਸੂਗਾ ਹੀ। ਸੋ ਮੈਨੂੰ ਹਾਸੇ ਦੇ ਨਾਲ ਰਿਸ਼ਤਾ ਕਾਇਮ ਰੱਖਣ ਦੇ ਲਈ ਫਿਰ ਦੁੱਖ ਤਕਲੀਫ, ਤਣਾਅ, ਉਦਾਸੀ, ਫਿਕਰ, ਇਹਨਾਂ ਨੂੰ ਤਲਾਕ ਦੇਣਾ ਹੀ ਪਊਗਾ। ਸੋ ਦਿੱਤਾ। ਤੀਸਰਾ ਸਵਾਲ, ਮੈਂ ਆਪਣੇ ਆਪ ਨੂੰ ਕਿਸ ਰਿਸ਼ਤੇ ਦੇ ਲਈ ਸਭ ਤੋਂ ਵਧੀਆ ਮੰਨਦੀ ਹਾਂ? ਪਿਛਲੇ ਸਾਲ ਤੱਕ ਮੈਂ ਸੋਚਦੀ ਸੀ ਕਿ ਮੈਂ ਮਾਂ ਦੇ ਰਿਸ਼ਤੇ ਦੇ ਵਿੱਚ ਬਹੁਤ ਵਧੀਆ ਹਾਂ, ਪਰ ਇਹ ਮੇਰੀ ਸੋਚ ਵੀ ਗਲਤ ਸਾਬਤ ਹੋ ਗਈ। ਮੈਂ ਕਿਸੇ ਵੀ ਰਿਸ਼ਤੇ ਦੇ ਵਿੱਚ ਵਧੀਆ ਨਹੀਂ। ਮੈਂ ਇਸੇ ਰਿਸ਼ਤੇ ਦੇ ਵਿੱਚ ਵਧੀਆ ਹਾਂ ਕਿ ਜੋ ਵੀ ਮੇਰੇ ਕੋਲ ਆ ਉਹ ਮੈਂ ਦੇ ਬਹੁਤ ਸੋਹਣਾ ਸਕਦੀ ਹਾਂ। ਚਾਹੇ ਪੈਸਾ ਵਾ, ਚਾਹੇ ਕੱਪੜਾ ਲੀੜਾ ਵਾ, ਚਾਹੇ ਸੋਚ ਆ, ਚਾਹੇ ਭਾਵਨਾਵਾਂ, ਚਾਹੇ ਸੇਵਾ ਵਾ, ਇੱਥੋਂ ਤੱਕ ਕਿ ਅਗਰ ਕੋਈ ਗਲਤ ਆ, ਚਾਹੇ ਉਸ ਦੇ ਥੱਪੜ ਲਾਉਣਾ ਵਾ, ਜੋ ਮੇਰੇ ਕੋਲ ਚੀਜ਼ ਆ ਉਸ ਨੂੰ ਮੈਂ ਬਹੁਤ ਸੋਹਣਾ ਦੇ ਸਕਦੀ ਹਾਂ। ਸੋ ਮੇਰੀ ਜ਼ਿੰਦਗੀ ਨੇ ਦੁੱਖ ਤਕਲੀਫਾਂ ਨੂੰ ਹੀ ਨਹੀਂ ਛੱਡੇ। ਜੋ ਸੀਮਤ ਰਿਸ਼ਤੇ ਹੋਣ, ਨਾਤੇ ਹੋਣ, ਸੋਚਾਂ ਹੋਣ, ਉਹਨਾਂ ਨੂੰ ਸਭ ਨੂੰ ਹੀ ਛੱਡੇ। ਸੋ ਅੱਜ ਮੈਂ ਉਹਨਾਂ ਭਾਵਨਾਵਾਂ ਦੇ ਨਾਲ ਰਿਸ਼ਤਾ ਨਿਭਾਉਂਦੀ ਹਾਂ ਜੋ ਮੇਰੀ ਜ਼ਿੰਦਗੀ ਨੂੰ ਰੋਮੈਂਟਿਕ ਅਤੇ ਸੁੰਦਰ ਬਣਾਉਂਦੇ ਆ। ਸੋ ਮੇਰਾ ਤੀਸਰਾ ਸਵਾਲ, ਕੀ ਤੁਸੀਂ ਰਿਸ਼ਤੇ ਦੀ ਮਹਿਮਾ ਤੋਂ ਜਾਣੂ ਹੋ? ਅਗਰ ਨਹੀਂ ਜਾਣੂ ਹੋ ਤਾਂ ਆਪਣੇ ਆਪ ਨੂੰ ਇਹਨਾਂ 3 ਸਵਾਲਾਂ ਦੇ ਵਿੱਚ ਹੀ ਦੇਖਣਾ। ਤੁਹਾਨੂੰ ਖੁਦ ਵੀ ਪਤਾ ਲੱਗ ਜੂਗਾ ਕਿ ਕਿੱਥੇ ਕਮੀ ਆ ਅਤੇ ਕਿੱਥੇ ਸੁੰਦਰਤਾ ਵਾ। ਕਿਉਂਕਿ ਮੇਰਾ ਰਿਸ਼ਤਾ ਤੁਹਾਡੇ ਸਭਨਾਂ ਦੇ ਨਾਲ, ਤੁਸੀਂ ਮੇਰੇ ਸਦਾ ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ ਅਤੇ ਇਸ ਸੋਹਣੇ ਬ੍ਰਹਿਮੰਡ ਦੇ ਵਿੱਚ, ਸੋਹਣੀ ਜ਼ਿੰਦਗੀ ਦੇ ਸਮੁੰਦਰ ਦੇ ਵਿੱਚ ਸਦਾ ਹੀ ਰਿਸ਼ਤਿਆਂ ਦੀ ਧਾਰ ਬਣ ਕੇ ਰਸਦੇ ਰਹੋ।